ਇਸ ਕਈ ਟੀਵੀ ਚੈਨਲ ਦੇ तमाम ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ, ਆਦਾਬ। ਦਰਸ਼ਕੋ, ਜਿਵੇਂ ਕਿ ਤੁਸੀਂ ਜਾਣਦੇ ਹੋ, ਆਏ ਦਿਨ ਇੱਕ ਨਵੀਂ ਚੁਣੌਤੀ ਜਿਹੜੀ ਸਾਡੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਖੜੀ ਹੁੰਦੀ ਹੈ ਔਰ ਆਪਾਂ ਵੱਖ-ਵੱਖ ਵਿਦਵਾਨਾਂ ਦੇ ਨਾਲ, ਮਾਹਰਾਂ ਦੇ ਨਾਲ, ਜਿਹੜੇ ਸਮਾਜ ਸ਼ਾਸਤਰੀ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ। ਇਹਦੇ ਤੇ ਹੱਲ ਇਹਨਾਂ ਮੁੱਦਿਆਂ ਤੇ ਲੱਭਦੇ ਰਹਿੰਦੇ ਹਾਂ। ਸੋ ਇਹ ਖੁਜ਼ਾਰਤੀ ਵਰਕ ਹੁੰਦਾ ਹੈ। ਸੋ ਅੱਜ ਇੱਕ ਹੋਰ ਨਵੀਂ ਚੁਣੌਤੀ ਜਿਹੜੀ ਅਖਬਾਰਾਂ ਦੇ ਵਿੱਚ ਵੀ ਆਈ ਹੈ ਤੇ ਸਾਡੇ ਕੋਲ ਪਹੁੰਚ ਕੀਤੀ ਕੁਝ ਨੁਮਾਇੰਦਿਆਂ ਨੇ, ਉਹ ਇਹ ਹੈ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਦਿਨੀ ਪੰਜਾਬ ਦੇ ਗਵਰਨਮੈਂਟ ਕਾਲਜ ਜਿਹੜੇ ਅਸਿਸਟੈਂਟ ਗੈਸਟ ਫੈਕਲਟੀ ਅਸਿਸਟੈਂਟ ਪ੍ਰੋਫੈਸਰ ਸਨ, ਉਹਨਾਂ ਦਾ ਇੱਕ ਬੜਾ ਵੱਡਾ ਇਸ਼ੂ ਰਿਹਾ ਹੈ ਔਰ ਨਵੀਆਂ ਭਰਤੀਆਂ ਜਦੋਂ ਸ਼ੁਰੂ ਹੋਈਆਂ ਨੇ ਇਹਨਾਂ ਦੀਆਂ, ਔਰ ਕੁਝ ਜਿਹੜੇ 20-25 ਸਾਲ ਤੋਂ ਕਾਲਜ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਸੀ ਗੈਸਟ ਫੈਕਲਟੀ ਅਸਿਸਟੈਂਟ ਪ੍ਰੋਫੈਸਰ, ਉਹਨਾਂ ਨੇ ਹਾਈ ਕੋਰਟ ਅਪਰੋਚ ਕੀਤੀ ਤੇ ਹਾਈ ਕੋਰਟ ਨੇ ਨਵੀਆਂ ਭਰਤੀਆਂ ਦੇ ਉੱਪਰ ਜਿਹੜੇ ਸੀ ਉਹ ਰੋਕ ਲਾ ਦਿੱਤੀ ਸੀਗੀ। ਮੁਕੰਮਲ ਨਹੀਂ ਕਹਿ ਸਕਦੇ, ਮਤਲਬ ਉਹਨਾਂ ਨੇ ਜਿਹੜੀ ਪ੍ਰੋਸੈਸ ਸੀਗੀ ਉਹਦੇ ਉੱਪਰ ਇੱਕ ਸਟੇਟਸ ਕੋ ਉਸ ਪ੍ਰੋਸੈਸ ਨੂੰ ਸੀਲਡ ਕਰ ਦਿੱਤਾ ਸੀ। ਔਰ ਦੇ ਬਾਵਜੂਦ ਵੀ ਕੱਲ ਖਬਰ ਇੱਕ ਨਿਕਲ ਕੇ ਆ ਰਹੀ ਹੈ ਕਿ ਉੱਥੇ ਪੈਡਾਗੋਜੀਕਲ ਟ੍ਰੇਨਿੰਗ ਨਾਮ ਹੇਠ ਉਹਨਾਂ ਜਿਹੜੇ ਟੀਚਰ ਸੀਗੇ, ਉਹਨਾਂ ਨੂੰ ਸੌਰੀ ਪ੍ਰੋਫੈਸਰ ਸੀਗੇ, ਉਹਨਾਂ ਨੂੰ ਜੁਆਇਨਿੰਗ ਕਾਲਜਾਂ ਦੇ ਵਿੱਚ ਕਰਵਾਈ ਜਾ ਰਹੀ ਹੈ। ਸੋ ਉਸ ਜਿਹੜੀ ਪ੍ਰੋਸੈਸ ਚੱਲ ਰਿਹਾ ਕੋਰਟ ਦੇ ਵਿੱਚ, ਜਿਹੜੇ ਗੈਸਟ ਫੈਕਲਟੀ ਪ੍ਰੋਫੈਸਰ ਹੈਗੇ ਨੇ, ਉਹਨਾਂ ਵੱਲੋਂ ਜਿਹੜੇ ਇੱਥੇ ਵਕੀਲ ਸਾਹਿਬ ਨੇ, ਸ਼੍ਰੀ ਸਮੀਰ ਸਚਦੇਵਾ ਜੀ, ਉਹ ਅੱਜ ਸਾਡੇ ਨਾਲ ਜੁੜੇ ਹੋਏ ਨੇ। ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ। ਵਕੀਲ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਰ, ਆਪਾਂ ਜਿਵੇਂ ਕਿ ਅੱਜ ਵੀ ਅਖਬਾਰਾਂ ਦੇ ਵਿੱਚ ਪੜ੍ਹਿਆ ਹੈ ਕਿ ਗੈਸਟ ਫੈਕਲਟੀ ਜਿਹੜੇ ਪ੍ਰੋਫੈਸਰ ਸੀਗੇ, ਉਹਨਾਂ ਦਾ ਇਸ਼ੂ ਸੀਗਾ ਔਰ ਤੁਸੀਂ ਉਸ ਨੂੰ ਕੋਰਟ 'ਚ ਚੈਲੰਜ ਕੀਤਾ ਸੀਗਾ, ਸੀਲਡ ਹੋ ਗਿਆ ਸੀ ਪ੍ਰੋਸੈਸ। ਇੱਕ ਬੜੀਆਂ ਖਬਰਾਂ ਫਿਰ ਇਹ ਨਿਕਲ ਕੇ ਆ ਰਹੀਆਂ ਨੇ ਕਿ ਉਹਦੇ ਬਾਵਜੂਦ ਵੀ ਦੇਸ਼ ਦੀ ਉਲੰਘਣਾ ਕਰਦੇ ਹੋਏ, ਉਲੰਘਣਾ ਹੀ ਕਿਹਾ ਜਾਏਗਾ, ਕਿ ਫਿਰ ਉਹਨਾਂ ਨੂੰ ਟ੍ਰੇਨਿੰਗ ਵਾਸਤੇ ਭੇਜਿਆ ਜਾ ਰਿਹਾ। ਕੋਈ ਜਿਹੜੀ ਆਪਣੀ ਸ਼ਾਸਤਰੀ ਸਿੱਖਿਆ ਟ੍ਰੇਨਿੰਗ ਦੇ ਅਧੀਨ ਕੋਈ ਇਹੋ ਜਿਹੇ ਸ਼ਬਦ ਕੱਢ ਕੇ, ਔਰ ਲੱਗਦਾ ਕਿ ਜਿਹੜੇ ਕਿਤੇ ਨਾ ਕਿਤੇ ਜਿਹੜੇ ਰੈਗੂਲਰ ਕੀਤੇ, ਉਹਨਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਗਈਆਂ ਨੇ ਗੈਸਟ ਫੈਕਲਟੀ ਪ੍ਰੋਫੈਸਰ ਦੀਆਂ, ਤੇ ਉਹਨਾਂ ਦੇ ਵਿੱਚ ਬੜਾ ਸਹਿਮ ਪਾਇਆ ਜਾ ਰਿਹਾ ਇਸ ਚੀਜ਼ ਨੂੰ ਲੈ ਕੇ। ਤੁਸੀਂ ਇਸ ਨੂੰ ਕਾਨੂੰਨੀ ਨੁਕਤੇ ਨਿਗਾਹ ਤੋਂ ਕਿਵੇਂ ਦੇਖ ਰਹੇ ਹੋ, ਕਿਉਂਕਿ ਤੁਸੀਂ ਸਾਰੇ ਪ੍ਰੋਸੈਸ ਨੂੰ ਹੈਂਡਲ ਕਰ ਰਹੇ ਹੋ? ਮੈਮ, ਇਹਦੇ ਵਿੱਚ ਬੇਸਿਕਲੀ ਜੋ ਇਹਨਾਂ ਨੇ ਨਵੀਂ ਰਿਕਰੂਟਮੈਂਟ ਡਰਾਈਵ ਲਾਂਚ ਕੀਤੀ ਹੈ 19 ਅਕਤੂਬਰ 2021 ਦੇ ਨੋਟੀਫਿਕੇਸ਼ਨ ਦੇ ਮੁਤਾਬਿਕ, ਉਸ ਦੇ ਖਿਲਾਫ ਘੱਟੋ ਘੱਟ 100 ਕੇਸ ਹਾਈਕੋਰਟ ਦੇ ਵਿੱਚ ਆਇਆ ਹੋਇਆ ਹੈ, ਜਿਹਦੇ ਵਿੱਚ ਹਰ ਤਰ੍ਹਾਂ ਦੀਆਂ ਬੇਨੇਮੀਆਂ, ਗੈਰ ਕਾਨੂੰਨੀਆਂ ਪ੍ਰੋਸੀਜਰ ਜੋ ਅਡਾਪਟ ਕੀਤੇ ਗਏ ਨੇ, ਉਹਦੇ ਖਿਲਾਫ ਹਾਈਕੋਰਟ ਨੇ ਬੜਾ ਸਖਤ ਨੋਟਿਸ ਲੈ ਕੇ 20 ਦਸੰਬਰ ਨੂੰ ਸਟੇਟਸ ਕੋ ਆਰਡਰ ਕਰਤਾ ਸੀਗਾ ਸਿਲੈਕਸ਼ਨ ਪ੍ਰੋਸੈਸ ਦਾ, ਕਿ ਇਸ 19/10/2021 ਦੇ ਨੋਟੀਫਿਕੇਸ਼ਨ ਦੇ ਮੁਤਾਬਿਕ ਕੋਈ ਵੀ ਸਿਲੈਕਸ਼ਨ ਰਿਕਮੈਂਡੇਸ਼ਨ ਹੈ, ਉਹਦਾ ਸਟੇਟਸ ਕੋ ਦਿੱਤਾ ਗਿਆ ਹੈਗਾ। ਸੋ ਬਾਵਜੂਦ ਉਹਦੇ 23 ਦਸੰਬਰ ਨੂੰ ਸਾਨੂੰ ਹਾਈ ਕੋਰਟ ਦੇ ਵਿੱਚ ਜਾਣਾ ਪਿਆ ਕਿ ਇਹਦੇ ਬਾਵਜੂਦ ਪੋਸਟਿੰਗ ਆਰਡਰਸ ਇਸ਼ੂ ਕਰ ਰਹੇ ਨੇ। ਉਸ ਦਾ ਬੜਾ ਸੰਗੀਨ ਲੈਂਦੇ ਹੋਏ ਕੋਰਟ ਨੇ ਆਰਡਰ ਕਰਤਾ ਕਿ ਇਸ ਤੋਂ ਪਹਿਲਾਂ ਕਿ ਥਰਡ ਪਾਰਟੀ ਰਾਈਟਸ ਕ੍ਰੀਏਟ ਹੋਣ ਜਾਂ ਨਵੇਂ ਕੈਂਡੀਡੇਟਸ ਨਾਲ ਕਿਸੇ ਤਰ੍ਹਾਂ ਦਾ ਕੋਈ ਫਰਾਡ ਹੋਵੇ ਕਿ ਉਹਨਾਂ ਨੂੰ ਗਵਰਨਮੈਂਟ ਕਹਿ ਕੇ ਜੁਆਇਨ ਕਰਾ ਦੇਵੇ, ਬਾਅਦ ਚ ਕੋਈ ਸਿਲੈਕਸ਼ਨ ਬਾਰੇ ਇੰਤੂ ਪਰੰਤੂ ਰਾਈਜ਼ ਹੋਵੇ, ਕੋਰਟ ਨੇ ਸਾਰਾ ਰਿਕਾਰਡ ਸੀਲ ਕਰਵਾਤਾ ਸੀਗਾ ਔਰ ਚੀਫ ਸੈਕਟਰੀ ਦੀ ਡਿਊਟੀ ਲਾਈ ਸੀਗੀ ਕਿ ਉਹ ਸੀਲ ਕਰ ਦੇਣਗੇ। ਔਰ ਕੰਟੈਂਪਟ ਨੋਟਿਸ ਸ਼੍ਰੀ ਕ੍ਰਿਸ਼ਨ ਕੁਮਾਰ ਔਰ ਸ਼੍ਰੀ ਉਪਕਾਰ ਸਿੰਘ DPI ਨੂੰ ਵੀ ਜਾਰੀ ਕੀਤਾ। ਸੋ ਉਹ ਬਾਵਜੂਦ ਉਹਦੇ ਕੈਂਡੀਡੇਟਸ ਅੱਜ ਦੀ ਡੇਟ ਤੱਕ ਵੀ ਅਲਾਉ ਕਰ ਰਹੇ ਨੇ ਜੁਆਇਨ ਕਰਨਾ। ਹੁਣ ਮੈਂ ਇੱਕ ਸਿਲੈਕਟਡ ਕੈਂਡੀਡੇਟ ਹੋਵਾਂ, ਮੈਨੂੰ ਗਵਰਨਮੈਂਟ ਤੋਂ ਆਫਿਸ ਚੋਂ ਫੋਨ ਆ ਜਾਵੇ ਕਿ ਜੁਆਇਨ ਕਰੋ, ਮੈਂ ਕਿਵੇਂ ਕਹਿ ਸਕਦਾ ਹੈ ਕਿ ਵੀ ਕੰਟੈਂਪਟ ਹੈ ਤੁਹਾਡੇ ਖਿਲਾਫ ਜਾਂ ਕੁਛ? ਆਈ ਵਿਲ ਡੈਫੀਨੇਟਲੀ ਗੋ ਕਿ ਮੈਨੂੰ ਜੁਆਇਨ ਕਰਾ ਲਓ, ਬਟ ਇਹ ਜ਼ਿੰਮੇਵਾਰੀ ਚੀਫ ਸੈਕਟਰੀ ਦੀ, ਐਜੂਕੇਸ਼ਨ ਸੈਕਟਰੀ ਦੀ ਔਰ ਇਹਨਾਂ ਦੀ ਬਣਦੀ ਹੈਗੀ ਹੈ DPI ਸਾਹਿਬ ਦੀ, ਬਟ ਸਟਿਲ ਦੇ ਆਰ ਕੰਟੀਨਿਊਇੰਗ। ਔਰ ਹੁਣ ਕੋਰਟ ਨੇ ਲੇਟੈਸਟ 10 ਜਨਵਰੀ 2022 ਨੂੰ 22 ਪ੍ਰਿੰਸੀਪਲਸ ਨੇ ਔਰ ਚੀਫ ਸੈਕਟਰੀ ਹੈ, ਇਹਨਾਂ ਨੂੰ ਕੰਟੈਂਪਟ ਦੇ ਸਮਨਸ ਜਾਰੀ ਕਰਤੇ ਹੈਗੇ ਹੈ
ਕਿ ਇਹ ਉਸ ਦੇ ਬਾਵਜੂਦ ਕੈਂਡੀਡੇਟਸ ਨੂੰ ਅਲਾਉ ਕਰ ਰਹੇ ਨੇ। ਸੋ ਇਹ 20/12/2021 ਦਾ ਸਟੇਟਸ ਹੈ, ਜਿਹੜਾ ਸਟੇਟਸ ਕੋ ਦਾ ਆਰਡਰ, ਮਤਲਬ ਕਿ ਜੋ ਸਟੇਟਸ ਉਸ ਦਿਨ ਹੈ ਉਸ ਨੂੰ ਰਿਸਟੋਰ ਕੀਤਾ ਜਾਵੇ। ਰੈਦਰ ਇਹ ਉਸ ਨੂੰ ਡਿਸਟਰਬ ਕਰਕੇ ਥਰਡ ਪਾਰਟੀ ਰਾਈਟਸ ਕ੍ਰੀਏਟ ਕਰ ਰਹੇ ਨੇ ਤਾਂ ਕਿ ਕੈਂਡੀਡੇਟਸ ਨੂੰ ਜੁਆਇਨ ਕਰਵਾ ਕੇ ਕੱਲ ਕੋਰਟ ਵਾਸਤੇ ਇੱਕ ਕੰਪਲਿਕੇਸ਼ਨ ਕ੍ਰੀਏਟ ਕਰ ਦੇਣ ਕਿ ਹੁਣ ਇਹਨਾਂ ਦੇ ਖਿਲਾਫ ਕਿਵੇਂ ਚੱਲਣਾ ਹੈਗਾ। ਜੀ ਇੱਕ ਇਹ ਅੰਡਰ ਟ੍रेनिंग कोई कह रहे ने कि पेडागोजिकल कोई ट्रेनिंग ਦੇ ਤਹਿਤ ਇਹ ਟ੍ਰੇਨਿੰਗ ਵਾਲਾ ਵੀ ਇਸ ਮਤਲਬ ਕੰਟਰੈਰੀ ਟੂ 20/12/2021 ਦੀਆਂ ਡਾਇਰੈਕਸ਼ਨ ਸਟੇਟਸ ਕੋ ਦੀਆਂ ਕਿ ਰੈਦਰ ਇਹਨਾਂ ਨੂੰ ਚੱਲਣਾ ਚਾਹੀਦਾ ਸੀਗਾ ਕਿ ਜੇ ਕੋਈ 20/12 ਤੋਂ ਬਾਅਦ ਕੋਈ ਕਰ ਵੀ ਦਿੱਤੀ ਹੈਗੀ ਹੈ ਇਸ ਸਿਲੈਕਸ਼ਨ ਨਾਲ ਰਿਲੇਟਡ ਕੋਈ ਵੀ ਕਾਰਵਾਈ, ਉਸ ਨੂੰ ਵਾਪਸ ਰਿਸਟੋਰ ਕਰਕੇ 20/12 ਵਾਲੀ ਸਥਿਤੀ ਤੇ ਲਿਆਇਆ ਜਾਵੇ। ਬਜਾਏ ਉਸ ਵੱਲ ਨੂੰ ਤੁਰਨ ਦੇ ਇਹ ਕੋਰਟ ਦੇ ਓਪਨ ਕਨਫਰੰਟੇਸ਼ਨ ਦੇ ਵਿੱਚ ਆ ਗਏ ਨੇ ਕਿ ਠੀਕ ਹੈ ਕੋਰਟ ਨੇ ਜੋ ਕਹਿਤਾ ਅਸੀਂ ਮੈਂ ਨਾ ਮੰਨੂ ਵਾਲੀ ਗੱਲ ਹੈ। ਹੁਣ ਇਹ ਪੋਲੀਟੀਕਲ ਕੰਪਲਸ਼ਨ ਹੈ, ਬਟ ਮੇਰੇ ਮੁਤਾबिक ਇਹ ਵਾਲਾ ਕੇਸ ਵਿਲ ਬੀ ਹਿਸਟੋਰਿਕ ਕੇਸ ਜਿੱਧਰ ਡਿਪਾਰਟਮੈਂਟ ਇਟਸੈਲਫ ਸਿਰਫ ਕੰਟੈਂਪਟ ਆਫ ਕੋਰਟ ਨਹੀਂ ਕਰ ਰਿਹਾ, ਇਲੈਕਸ਼ਨ ਕੋਡ ਆਫ ਕੰਡਕਟ ਦੇ ਦੌਰਾਨ पोस्टिंग ऑर्डर्स देके कैंडिडेट्स ਨੂੰ ਵੀ ਅਲਾਉ ਕਰ ਰਹੇ ਹੈ ਜੁਆਇਨ ਕਰਾਣਾ, ਔਰ ਇੱਕ ਬਿਗ ਫਰਾਡ ਵਿਦ ਦੀ ਪਬਲਿਕ ਔਰ ਸਿਸਟਮ ਨਾਲ ਫਰਾਡ ਪਲੇ ਕੀਤਾ ਜਾ ਰਿਹਾ ਹੈਗਾ। ਜੀ ਸੋ ਟੂ ਦੈਟ ਐਕਸਟੈਂਟ ਮਤਲਬ ਮੈਂ ਕਹੂੰਗਾ, ਬਾਕੀ ਤਾਂ ਦੇਖੋ ਹੁਣ ਕੋਰਟ 'ਚ ਮੈਟਰ ਹੈਗਾ, ਸੋ ਕੋਰਟ ਵਿਲ ਸੀ ਕਿ ਹਾਊ ਟੂ ਟੈਕਲ, ਬਟ ਉਹ ਹੈ ਕਿ ਰਿਸਟ੍ਰਿਕਟਿਵ ਫੰਕਸ਼ਨਿੰਗ ਕਰਕੇ ਸ਼ਾਇਦ ਕੋਈ ਗਲਤਫਹਿਮੀ 'ਚ ਹੋਵੇ ਕਿ ਕੋਰਟ ਹਜੇ ਥੋੜਾ ਜਿਹਾ ਸਲੋ ਚੱਲ ਰਿਹਾ, ਬਟ ਇਵੈਂਚੁਅਲੀ ਕੋਰਟ ਨੇ ਆਪਦਾ ਫੈਸਲਾ ਦੇਣਾ ਹੀ ਦੇਣਾ ਇਹਨਾਂ ਤੱਥਾਂ ਦੇ ਆਧਾਰ ਤੇ। ਸੋ ਦੁਬਾਰਾ ਇਸ ਮਾਮਲੇ ਨੂੰ ਇਹ ਜਦੋਂ ਦਾ ਕੰਟੈਂਪਟ ਨੋਟਿਸ ਜਾਰੀ ਹੋ ਗਿਆ ਸੀਗਾ ਚੀਫ ਸੈਕਟਰੀ ਨੂੰ, ਔਰ 23/12 ਦੇ ਵੀ ਇਹਨਾਂ ਨੂੰ ਕੰਟੈਂਪਟ ਨੋਟਿਸ ਜਾਰੀ ਹੋ ਗਿਆ ਸੀਗਾ, ਇਹ ਤਾਂ ਇਮੀਡੀਏਟਲੀ ਇਟ ਵਾਸ ਅ ਵਰਡ ਆਫ ਕੌਸ਼ਨ ਫਰਮ ਦੀ ਕੋਰਟ ਕਿ ਹਜੇ ਵੀ ਸਥਿਤੀ ਨੂੰ ਸੰਭਾਲ ਲਓ, ਬਟ ਉਸ ਦੀ ਬਜਾਏ ਕਿਸੇ ਪੋਲੀਟੀਕਲ ਕੰਪਲਸ਼ਨਸ ਜਾਂ ਐਵਰੀਬਾਡੀ ਇਜ਼ ਅਵੇਅਰ ਕਿ ਇਸ ਚੀਜ਼ ਕਰਕੇ ਇਹ ਮਤਲਬ ਕੋਰਟ ਦਾ ਕਹਿਣਾ ਮੰਨਣ ਦੀ ਬਜਾਏ ਕਿਤੇ ਹੋਰ ਬਾਉਂਡ ਡਾਊਨ ਹੋਏ ਨੇ ਔਰ ਕੈਂਡੀਡੇਟਸ ਨੂੰ ਅਲਾਉ ਕਰ ਰਹੇ ਨੇ, ਹੁਣੇ ਵੀ ਥਰਡ ਪਾਰਟੀ ਰਾਈਟਸ ਕ੍ਰੀਏਟ ਕਰ ਰਹੇ ਨੇ। ਤੁਸੀਂ ਇਹ ਮਾਮਲਾ ਦੁਬਾਰਾ ਕੋਰਟ ਦੇ ਨੋਟਿਸ ਦੇ ਵਿੱਚ ਕੋਰਟ ਦੇ ਲੈ ਕੇ ਆਏ ਦੁਬਾਰਾ? ਤੁਸੀਂ ਜਿਵੇਂ ਦੱਸਿਆ ਕਿ ਨੋਟਿਸ ਉਹਨਾਂ ਨੂੰ ਭੇਜਿਆ ਜਾ ਚੁੱਕਾ ਕੋਰਟ ਵੱਲੋਂ ਵੀ ਕੰਟੈਂਪਟ ਆਫ ਐਗਜ਼ੈਕਟਲੀ 23/12 ਨੂੰ ਅਸੀਂ ਇਹੀ ਨੋਟਿਸ 'ਚ ਲਿਆਂਦਾ ਸੀਗਾ, ਜੱਜ ਸਾਹਿਬ ਨੇ ਆਰਡਰ ਦੇ ਵਿੱਚ ਲਿਖਿਆ ਕਿ ਮੇਰੇ ਨੋਟਿਸ ਦੇ ਵਿੱਚ ਆਇਆ ਹੈਗਾ ਕਿ ਇਹ ਕੈਂਡੀਡੇਟਸ ਨੂੰ ਜੁਆਇਨ ਕਰਾ ਰਹੇ ਨੇ। ਉਸੇ ਚੀਜ਼ ਦੇ ਖਿਲਾਫ ਜੱਜ ਸਾਹਿਬ ਨੇ ਉਸ ਆਰਡਰ ਨੂੰ ਲੈ ਕੇ ਕਿ ਇਹ ਪੋਸਟਿੰਗ ਆਰਡਰਸ ਇਸ਼ੂ ਕਰ ਰਹੇ ਨੇ, ਇਮੀਡੀਏਟਲੀ ਇਹਨਾਂ ਦੀ ਕੰਟੈਂਪਟ ਜਾਰੀ ਕੀਤੀ, ਔਰ ਮੈਂ ਕੋਰਟ ਦੇ ਐਗਜ਼ੈਕਟ ਜੋ ਵਰਡਸ ਹੈ ਉਸ ਦਿਨ ਦੇ ਉਹ ਲਿਖ ਰਿਹਾ ਹੈਗਾ। ਹਾਂ ਮੈਂ ਪੜ੍ਹ ਕੇ ਤੁਹਾਨੂੰ ਸੁਣਾ ਦਿੰਦਾ ਅੰਗਰੇਜ਼ੀ 'ਚ। ਜੀ ਇਹਦੇ ਵਿੱਚ ਲਿਖਿਆ ਹੈ ਕਿ perusal of order dated 22/12/21 reveals government ਦੇ ਆਰਡਰ ਸੀਗੇ that despite specific directions of this court, Secretary Government of Punjab Department Education has issued posting orders in favor of 38 candidates. Thus, prima facie action of official respondents seem to be in utter disregard of interim directions issued by this court. They have virtually gone on a spree for public appointment for the reasons best known to them. In view of above, let show cause notices be issued to official respondents as to why proceedings for committing contempt of this court be not initiated against them. For the safer side, lest the situation goes from bad to worse, this court deems it appropriate that entire records pertaining to selection for post of assistant professor initiated in pursuance to advertisement dated 19/10/21 be sealed and kept in safe custody under the supervision of Chief Secretary Government of Punjab till next date of hearing. So ਜਦੋਂ ਰਿਕਾਰਡ ਹੀ ਸੀਲਡ ਹੈ ਸਾਰਾ, ਇਹ ਪੋਸਟਿੰਗ ਆਰਡਰਸ ਕਿੱਥੋਂ ਇਸ਼ੂ ਹੋ ਰਹੇ ਨੇ, ਕੈਂਡੀਡੇਟ ਨਵੇਂ ਸਟੇਸ਼ਨਸ ਕਿਵੇਂ ਜੁਆਇਨ ਕਰ ਰਹੇ ਨੇ, ਇਹ ਚੀਜ਼ ਈਵਨ ਚੀਫ ਸੈਕਟਰੀ ਨੇ ਨਹੀਂ ਇਸ ਚੀਜ਼ ਦਾ ਸਟ੍ਰਿਕਟ ਵਿਊ ਲਿਆ ਜਿਹਦੇ ਕੋਲ ਰਿਕਾਰਡ ਸੀਲਡ ਪਿਆ ਹੈਗਾ। ਸੋ ਇਨ ਵਿਊ ਆਫ ਦੈਟ 10 ਜਨਵਰੀ 2022 ਨੂੰ ਜਦੋਂ ਅਸੀਂ ਇਹ ਤੱਥ ਨਵੇਂ ਵੀ ਲੈ ਕੇ ਆਏ, ਕੋਰਟ ਨੇ ਈਵਨ ਚੀਫ ਸੈਕਟਰੀ ਔਰ ਜਿਹੜੇ ਪ੍ਰਿੰਸੀਪਲਸ ਨੇ ਅਲਾਉ ਕੀਤਾ ਜੁਆਇਨ ਕਰਨ ਨੂੰ, ਉਹਨਾਂ ਦੇ ਖਿਲਾਫ ਵੀ ਕੰਟੈਂਪਟ ਸਮਨਸ ਜਾਰੀ ਕਰਤੇ ਨੇ, ਸ਼ੋ ਕਾਜ਼ ਨੋਟਿਸ ਫॉर ਕੰਟੈਂਪਟ 8 ਮਾਰਚ ਲਈ ਹੁਣ ਨੈਕਸਟ ਡੇਟ ਹੈ। ਸੋ ਇਹ ਸਾਰੇ ਤੱਥ ਕੋਰਟ ਦੇ ਮੂਹਰੇ ਰੱਖੇ ਜਾਣਗੇ 8 ਮਾਰਚ ਨੂੰ। ਟਿਲ ਦੈਨ ਮਤਲਬ ਇਹ ਤਾਂ ਇਹਨਾਂ ਦਾ ਹੈ ਕਿ ਦੇ ਸ਼ੁਡ ਬ੍ਰਿੰਗ ਦੀ ਸਟੇਟਸ ਕੋ ਐਜ਼ ਔਨ 20th December 2021, ਜੋ ਇੱਕ ਗਵਰਨਮੈਂਟ ਵੱਲੋਂ ਮੈਂ ਕਹੂੰਗਾ ਕਿ ਇੱਕ ਕੋਰਟ ਦੀ ਜੇ ਹੁਕਮ ਦੀ ਅਵਮਾਨਨਾ ਤੋਂ ਬਚਣਾ ਹੈਗਾ। ਬਾਕੀ ਇਹ ਖੁਦ ਲੀਗਲ ਐਕਸਪਰਟਸ ਨੇ, ਮਤਲਬ ਕੋਈ ਆਈਐਸ ਅਫਸਰ ਨੇ, ਇਹਨਾਂ ਨੂੰ ਪ੍ਰੋਪਰ ਲੀਗਲ ਟ੍ਰੇਨਿੰਗ ਹੁੰਦੀ ਹੈ। ਇਸ ਤੋਂ ਕਲੀਅਰ ਆਰਡਰ ਕੀ ਹੁੰਦਾ ਕਿ ਸਟੇਟਸ ਕੋ ਮੇਨਟੇਨ ਕੀਤਾ ਜਾਵੇ। ਸੋ ਇਟ ਇਜ਼ देयर ਡਿਊਟੀ ਟੂ ਮੇਨਟੇਨ ਸਟੇਟਸ ਕੋ।
ਸੋ ਇਹ ਕੋਰਟ ਔਰ ਇਹਨਾਂ ਇਨ ਬਿਟਵੀਨ ਦੀ ਗੱਲ ਹੈ, ਕੋਰਟ ਇਹਨੂੰ ਕਿਸ ਤਰ੍ਹਾਂ ਲੈਂਦਾ ਹੈਗਾ ਐਂਡ ਹਾਊ ਦੇ ਆਰ going to nullify their actions after 20th December 2021. ਜਦੋਂ ਕੋਰਟ ਵੱਲੋਂ ਪ੍ਰੋਸੈਸ ਸੀਲਡ ਆ, ਉਹਦੇ ਬਾਵਜੂਦ ਜਿਵੇਂ ਤੁਸੀਂ ਐਕਸਪਲੇਨ ਕੀਤਾ ਕਿ ਇਹ ਕੁਝ ਹੋ ਰਿਹਾ, ਤੇ ਤੁਸੀਂ ਇਹ ਤਾਂ ਕਾਨੂੰਨੀ ਨੁਕਤਾ ਹੁੰਦਾ ਤਾਂ ਕੀ ਸਮਝਦੇ ਕਾਰਨ ਕੀ ਹੈ ਕਿ ਉਲੰਘਣਾ ਹੋ ਰਹੀ ਹੈ, ਕਾਰਨ ਦੇ ਪਿੱਛੇ? ਉਲੰਘਣਾ ਹੁਣ ਇਹ ਸਾਰਿਆਂ ਨੂੰ ਪਤਾ ਹੈ ਕਿ 20 ਫਰਵਰੀ ਨੂੰ ਇਲੈਕਸ਼ਨਸ ਨੇ, ਗਵਰਨਮੈਂਟ ਦਾ ਇਹ ਨਹੀਂ ਪਤਾ ਕਿ ਕੀ ਰਿਜ਼ਲਟ ਹੈ, ਸਾਰਾ ਕੁਝ ਹੈ ਜੋ ਇਹਨਾਂ ਨੇ ਜਿਸ ਵੇ ਦੇ ਨਾਲ 20 ਸਾਲਾਂ ਬਾਅਦ ਸਿਲੈਕਸ਼ਨ ਪ੍ਰੋਸੈਸ ਇਹਨੇ ਹਰਡ ਮੈਨਰ ਨਾਲ ਕੀਤਾ, ਕੈਂਡੀਡੇਟਸ ਦੇ ਵਿੱਚ ਬੜੀ ਐਪਰੀਹੈਂਸ਼ਨ ਸੀਗੀ ਕਿ ਇਹ ਫੇਅਰ ਸਿਲੈਕਸ਼ਨ ਨਹੀਂ ਹੋਏਗੀ। ਸੋ ਰਿਜ਼ਲਟ ਤੋਂ ਵੀ ਪਹਿਲਾਂ ਘੱਟੋ ਘੱਟ 70-80 ਕੇਸਿਸ ਹਾਈ ਕੋਰਟ ਦੇ ਵਿੱਚ ਦਾਖਲ ਹੋ ਚੁੱਕੇ ਸੀਗੇ ਔਰ ਐਂਟਰਟੇਨ ਵੀ ਹੋ ਚੁੱਕੇ ਸੀਗੇ। ਸੋ ਇਹ ਚੀਜ਼ ਦੇ ਉੱਤੇ ਹਜੇ ਕਮੈਂਟ ਕਰਨਾ ਕਿ ਇਹ ਪੋਲੀਟੀਕਲ ਕੰਪਲਸ਼ਨਸ ਕੀ ਹੈ, ਇਹ ਈਵਨ ਮਤਲਬ ਕੋਰਟ ਇਸ ਬਾਰੇ ਫੈਸਲਾ ਕਰੇ ਕਿ ਇਹਨੇ ਕਿਉਂ ਇੰਨਾ ਗੈਰ ਕਾਨੂੰਨੀ ਢੰਗ ਨਾਲ, ਔਰ ਬਾਵਜੂਦ ਇਹਦੇ ਕਿ ਕੋਰਟ ਹੁਣ 100 ਤੋਂ ਉੱਪਰ ਪਟੀਸ਼ਨਾਂ ਕੋਰਟ ਦੇ ਵਿੱਚ ਪੈਂਡਿੰਗ ਹੈ, ਸਟੇਟਸ ਕੋ ਹੋਇਆ ਹੈ, ਐਟਲੀਸਟ ਇੰਨੀ ਕਿ ਰਿਸਪੈਕਟ ਬਣਦੀ ਹੈਗੀ ਹੈ ਸਿਸਟਮ ਦੀ ਕਿ ਤੁਸੀਂ ਉਧਰ ਹੀ ਆਪਣੇ ਆਪ ਨੂੰ ਰੋਕ ਲਓ। ਇਹ ਬਜਾਏ ਉਹਦੇ ਇਹ ਹੁਣ ਆਪ ਦੱਸਣਗੇ ਕਿ ਸਾਡੀ ਕੀ ਕੰਪਲਸ਼ਨ ਸੀਗੀਆਂ। ਸੋ ਦੈਟ ਕੋਰਟ ਵਿਲ ਸੀ ਕਿ ਇਹਨਾਂ ਤੋਂ ਕਰਨ, ਬਟ ਇਟ ਵਿਲ ਬੀ ਅ ਹਿਸਟੋਰਿਕ ਜਜਮੈਂਟ ਔਰ ਹਿਸਟੋਰਿਕ ਪ੍ਰੋਸੀਡਿੰਗਸ ਹੋਣਗੀਆਂ। ਜਿਸ ਤਰ੍ਹਾਂ ਇਹ ਗਵਰਨਮੈਂਟ ਇਸ ਵੇਲੇ ਟੋਟਲੀ ਮਤਲਬ ਜੰਗਲ ਰੂਲ ਨਾਲ ਚੱਲ ਰਹੀ ਹੈਗੀ ਆ ਔਰ ਹਾਈ ਕੋਰਟ ਦੇ ਆਰਡਰਾਂ ਦੀ ਪੂਰੀ ਤਰਜੀਹਾਂ ਉੱਡ ਰਹੀਆਂ। ਜੀ ਸਤਦੇਵਾ ਸਾਹਿਬ, ਕਿਤੇ ਨਾ ਕਿਤੇ ਜਿਹੜੀ ਆਪਾਂ ਹਾਈ ਅਥਾਰਟੀ ਕਹਿੰਦੇ ਆ ਉਹ ਇਹਦੇ ਸਵਾਲਾਂ ਦੇ ਘੇਰੇ 'ਚ ਹੈ ਇਸ ਨੂੰ ਲੈ ਕੇ। ਹਾਇਰ ਅਥਾਰਟੀ ਹੁਣ ਚੀਫ ਸੈਕਟਰੀ ਤੋਂ ਉੱਪਰ ਕੌਣ ਹੈ ਜਿਨ੍ਹਾਂ ਦੇ ਕੰਟੈਂਪਟ ਨੋਟਿਸ ਹੋ ਚੁੱਕਿਆ ਹੈਗਾ। ਸੋ ਹੈਰਾਨੀ ਦੀ ਗੱਲ ਇਹ ਹੈ ਕਿ ਚੀਫ ਸੈਕਟਰੀ ਨੇ ਹਜੇ ਤੱਕ ਇੱਕ ਵੀ ਆਰਡਰ ਨਹੀਂ ਕੱਢਿਆ ਕਿ ਮੇਰੇ ਕੋਲ ਰਿਕਾਰਡ ਸੀਲਡ ਪਿਆ ਹੈ ਕਿ ਕਾਈਂਡਲੀ ਇਹ ਚੀਜ਼ ਨੂੰ ਨਾ ਕੀਤਾ ਜਾਵੇ। ਉਹਨੇ ਡਿਪਾਰਟਮੈਂਟ ਨੂੰ ਹਜੇ ਕੋਈ ਚਿੱਠੀ ਨਹੀਂ ਲਿਖੀ, ਬਾਵਜੂਦ ਇਹਦੇ ਕਿ ਅਸੀਂ ਬਾਰ-ਬਾਰ ਥਰੂ ਈਮੇਲ, ਥਰੂ ਕੰਟੈਂਪਟ ਨੋਟਿਸਸ, ਈਵਨ ਚੀਫ ਸੈਕਟਰੀ ਦੇ ਨੋਟਿਸ 'ਚ ਡੇਲੀ ਡਿਵੈਲਪਮੈਂਟ ਸਟੂਡੈਂਟਸ ਵੀ, ਕੈਂਡੀਡੇਟਸ ਵੀ ਔਰ ਵਕੀਲ, ਕਿਉਂਕਿ ਬਹੁਤ ਸਾਰੇ ਵਕੀਲ ਐਸੋਸੀਏਟਡ ਨੇ, ਮਤਲਬ ਚਲੋ ਕੁਝ ਕੇਸਿਸ ਮੇਰੇ ਕੋਲ ਨੇ, ਕੁਝ ਹੋਰ ਵਕੀਲਾਂ ਕੋਲ ਨੇ। ਸੋ ਹਰ ਕੋਈ ਉਹਨਾਂ ਦੇ ਨੋਟਿਸ 'ਚ ਲਿਆ ਰਿਹਾ, ਬਟ ਅਗੇਨ ਲॉलेसनेस ਔਰ ਟੋਟਲੀ ਆਪਣਾ ਸਿਸਟਮ ਮੈਨਾ ਮਾਨੂ ਵਾਲਾ ਚੱਲ ਰਿਹਾ ਹੈ। ਬੜੀ ਵੱਡੀ ਗੱਲ ਆ ਜੀ ਕਿ 100 ਦੇ ਕਰੀਬ ਜਿਹੜੀਆਂ ਰੈਟਪਟੀਸ਼ਨਾਂ ਜਿਹੜੀਆਂ ਉਹ ਕੋਰਟ ਦੇ ਵਿੱਚ ਆ ਚੁੱਕੀਆਂ, ਤੇ ਉਹਦੇ ਬਾਵਜੂਦ ਵੀ ਜੇ ਕੁਝ ਹੋ ਰਿਹਾ ਤਾਂ ਆਪਣੇ ਯੂਨੀਵਰਸਿਟੀ ਦੇ ਵੀਸੀ ਸਾਹਿਬ ਆ ਕੀ ਵਰਸ਼ਨ ਆਏਗੇ ਦੇਖਣੀ। ਯੂਨੀਵਰਸਿਟੀ ਦਾ ਤਾਂ ਸਿਰਫ ਇੰਨਾ ਕੁ ਰੋਲ ਸੀਗਾ ਜੀ ਕਿ ਉਹਨਾਂ ਨੇ ਪੇਪਰ ਕੰਡਕਟ ਕੀਤੇ ਸੀਗੇ ਔਰ ਰਿਜ਼ਲਟ ਦਿੱਤੇ ਹੈਗੇ ਆ। ਸੋ ਯੂਨੀਵਰਸਿਟੀ ਵਾਲਿਆਂ ਦਾ ਇਹਦੇ ਵਿੱਚ ਕੋਈ ਖਾਸ ਇਸ ਤੋਂ ਇਲਾਵਾ ਰੋਲ ਨਹੀਂ ਹੈ। ਬਾਕੀ ਉਹ ਤਾਂ ਮਤਲਬ ਦੇ ਆਰ ਪਾਰਟ ਆਫ ਦੀ ਗਵਰਨਮੈਂਟ, ਉਹਨਾਂ ਨੇ ਜਿਵੇਂ ਉਹਨਾਂ ਨੂੰ ਕਿਹਾ ਹੋਵੇ ਉਹਨਾਂ ਨੇ ਟੈਸਟ ਰਿਜ਼ਲਟ ਮਤਲਬ ਪੇਪਰ ਲੈ ਕੇ ਬੱਚਿਆਂ ਦਾ ਰਿਜ਼ਲਟ ਡਿਕਲੇਅਰ ਕਰਾਤਾ ਹੈਗਾ। ਸੋ ਟੂ ਦੈਟ ਐਕਸਟੈਂਟ ਸਿਰਫ ਯੂਨੀਵਰਸਿਟੀ ਦਾ ਰੋਲ ਹੈ ਜੀ। ਕਹਿ ਰਹੇ ਨੇ ਕਿ ਪਟੀਸ਼ਨ ਦੇ ਵਿੱਚ ਇਹ ਚੀਜ਼ ਹੈ ਕਿ ਕਹਿ ਰਹੇ ਆ ਕਿ ਕਿਉਂਕਿ ਉਹ ਗੈਸਟ ਫੈਕਲਟੀ ਜਿਹੜੇ ਅਸਿਸਟੈਂਟ ਪ੍ਰੋਫੈਸਰ ਸੀਗਾ ਉਹਨਾਂ ਦਾ ਇਹ ਵੀ ਕਹਿਣਾ ਸੀ ਕਿਤੇ ਨਾ ਕਿਤੇ ਲੀਕੇਜ ਵਾਲਾ ਵੀ ਮਾਮਲਾ ਸਾਹਮਣੇ ਆ ਰਿਹਾ। ਇਹ ਕੁਝ ਪੰਜਾਬੀ ਵਾਲੇ ਜੋ ਪੇਪਰਸ ਨੇ ਉਹਨਾਂ ਦੇ ਵਿੱਚ ਇਹ ਵਾਲਾ ਇਸ਼ੂ ਸੀਗਾ। ਸੋ ਉਹ ਵੀ ਪਟੀਸ਼ਨਸ ਹਜੇ ਪੈਂਡਿੰਗ ਹੈ। ਕੁਝ ਮੈਥਮੈਟਿਕਸ ਦੇ ਪੇਪਰ ਦੇ ਵਿੱਚ ਇਹ ਸੀਗਾ ਕਿ ਇਹ ਪੁਰਾਣੇ ਸਕੂਲ ਟੀਚਰਾਂ ਦੇ ਜਿਹੜੇ ਪੇਪਰ ਹੋਏ ਆ ਉਹ ਸਾਰੇ ਕੱਟ ਕਾਪੀ ਪੇਸਟ ਕਰਕੇ ਉਸ ਤਰ੍ਹਾਂ ਦੇ ਨਾਲ ਲਗਾ ਕੇ ਪੇਪਰ ਸੈੱਟ, ਉਹੀ ਇਹ ਵਾਲਾ ਚੀਜ਼ ਅਸੀਂ ਗਰਾਊਂਡ ਆਲਰੇਡੀ ਲਿਆ ਸੀਗਾ ਕਿ ਅਨਡਿਊ ਹਰਡਨੈਸ, ਬੜੇ ਰੈਸ਼ਫੁਲ ਮੈਨਰ ਨਾਲ ਸਾਰੀ ਸਿਲੈਕਸ਼ਨ ਚੱਲ ਰਹੀ ਹੈਗੀ ਆ। ਔਰ ਇਹ ਆਊਟਕਮ ਉਹਦਾ ਇਹ ਹੈ ਕਿ ਪੇਪਰ ਇਸ ਤਰ੍ਹਾਂ ਦੇ ਨਾਲ ਕੁਆਲਿਟੀ ਆਫ ਪੇਪਰਸ ਕੇ ਇੱਕ ਅਸਿਸਟੈਂਟ ਪ੍ਰੋਫੈਸਰ ਕਾਲਜਸ ਦੇ ਸਿਲੈਕਟ ਹੋ ਰਹੇ ਨੇ ਔਰ ਪੇਪਰ ਕੱਟ ਕਾਪੀ ਪੇਸਟ ਕਰਕੇ ਪਿਛਲੇ ਸਕੂਲ ਟੀਚਰਾਂ ਦੇ ਪੇਪਰਾਂ ਦੇ ਥਰੂ ਮਤਲਬ ਹੋ ਰਹੇ ਨੇ। ਔਰ ਬਹੁਤ ਸਾਰੀਆਂ ਕਲੈਰੀਫਿਕੇਸ਼ਨਸ, ਬਹੁਤ ਸਾਰੀਆਂ ਬੇਨੀਮੀਆਂ ਸਾਹਮਣੇ ਆਈਆਂ, ਜਿਸ ਕਰਕੇ ਕੋਰਟ ਨੇ ਜਿਸ ਵੇਲੇ ਫਸਟ ਸਟੇ ਆਰਡਰ ਦਿੱਤਾ 3 ਦਸੰਬਰ ਨੂੰ, ਉਸ ਦਿਨ ਵੀ ਲਿਖਿਆ ਕਿ ਮਤਲਬ ਵੀ ਆਰ ਕੰਪੈਲਡ ਕਿ ਸਾਰਾ ਪ੍ਰੋਸੈਸ ਸਟੇ ਕੀਤਾ ਜਾਵੇ 3 ਦਸੰਬਰ। ਸੋ ਆਫਟਰ 3 ਦਸੰਬਰ ਦਾ ਮਤਲਬ ਹੀ ਨਹੀਂ ਸੀਗਾ ਪ੍ਰੋਸੀਡ ਕਰਨਾ। 20th ਨੂੰ ਆਪਣੇ ਹੀ ਆਰਡਰ ਨੂੰ ਫਰਦਰ ਕਲੈਰੀਫਾਈ ਕਰਦੇ ਹੋਏ ਸਟੇਟਸ ਕੋ ਕਿਹਾ ਸੀਗਾ ਹਾਈ ਕੋਰਟ ਨੇ। ਬਟ ਬਾਵਜੂਦ ਉਹਦੇ ਗਵਰਨਮੈਂਟ ਹਜੇ ਵੀ ਇਸ ਚੀਜ਼ ਦੇ ਉੱਤੇ ਆਪਦੀ ਜਿੱਦ ਬਣਾ ਕੇ ਬੈਠੀ ਹੈ ਕਿ ਨਹੀਂ ਅਸੀਂ ਕੈਂਡੀਡੇਟਸ ਨੂੰ ਜੁਆਇਨ ਕਰਵਾਉਣਾ ਹੈਗਾ। ਸੋ ਇਹ ਕੈਂਡੀਡੇਟਸ ਆਪਣੇ ਬਟ ਥਰਡ ਪਾਰਟੀ ਰਾਈਟਸ ਕ੍ਰੀਏਟ ਹੋ ਰਹੇ ਨੇ ਔਰ ਇਹ ਵੀ ਲੋਕ ਹੁਣ ਆਣਗੇ ਹਾਈ ਕੋਰਟ ਦੇ ਵਿੱਚ ਕੱਲ ਨੂੰ ਇਹਨਾਂ ਸਿਲੈਕਸ਼ਨਸ ਤੇ ਜੇ ਕੋਈ ਸਵਾਲ ਖੜਾ ਕਰਤਾ ਹਾਈ ਕੋਰਟ ਨੇ
तो दे विल आल्सो गो अगेंस्ट दीज ऑफिसर्स की एक इन्होंने सिलेक्शन प्रोसेस सो एक क्रिमिनल लायबिलिटी तक भी बनती हैगी है जी, कि जी, जिस जी, तरह सिस्टम नाल फ्रॉड किया जा रहा है। जी, जी, बिल्कुल, बिल्कुल ਉਹ ਤਾਂ ਨੈਚੁਰਲੀ ਥਰਡ ਪਾਰਟੀ ਬਣਨਗੇ ਜੇ ਇਸ ਤਰੀਕੇ ਦੇ ਨਾਲ ਉਹ ਚੱਲ ਰਹੇ ਨੇ ਤਾਂ। ਜੇ ਉਹ ਕਾਲਜ ਦੇ ਵਿੱਚ ਆ ਕੇ ਜਿਹੜਾ ਆਪਣਾ ਸਿੱਖਿਆ ਸ਼ਾਸਤਰੀ ਅਧੀਨ, ਟ੍ਰੇਨਿੰਗ ਅਧੀਨ ਜਿਹੜਾ ਬਣਾ ਕੇ ਬਹਾਨਾ ਹੀ ਕਿਹਾ ਜਾ ਸਕਦਾ ਇਹਨਾਂ ਨੂੰ ਵਕੀਲ ਸਾਹਿਬ, ਕਿ ਇੱਕ हाँ, ਬਹਾਨਾ ਹੈ ਇਹਨਾਂ ਕੋਲ। बिल्कुल बहाना है कि कभी मेडिकल एग्जामिनेशन या पुलिस वेरिफिकेशन तो बिना कभी ज्वाइनिंग हुई बिल्कुल, है गवर्नमेंट सर्विस दी। जी, जी, ਇਹ जी, ਇਹਨਾਂ ਉਹ ਨੂੰ ਜਿਹੀ ਕੇਸ ਮੈਡੀਕਲ ਹੈ ਕਿਸੇ ਵੀ ਕੈਂਡੀਡੇਟ ਦੀ ਮੈਡੀਕਲ ਐਗਜ਼ਾਮੀਨੇਸ਼ਨ ਨਹੀਂ, ਨਹੀਂ ਹੋਈ, ਕਿਸੇ ਦੀ ਪੁਲਿਸ ਵੈਰੀਫਿਕੇਸ਼ਨ ਨਹੀਂ। 2 ਤਰੀਕ ਨੂੰ ਜੀ, ਆਰਡਰ ਦੇ ਕੇ ਜੀ 2 ਤਰੀਕ ਨੂੰ ਕਈਆਂ ਦੀ ਜੁਆਇਨਿੰਗ ਜੇ ਲਈ ਜਾਵੇ, ਉਹਨਾਂ ਨੇ ਜੁਆਇਨਿੰਗ ਆਪਦੀ ਰਾਤ ਦੀ 10 ਵਜੇ ਤੱਕ ਦੀ ਪਾਈ ਹੋਈ ਹੈ ਕਿ ਇੰਨੀ ਕੀ ਐਮਰਜੈਂਸੀ ਲੱਗੀ ਸੀਗੀ, ਇੰਨੀ ਕੀ ਅਰਜੈਂਸੀ ਲੱਗੀ ਸੀਗੀ। ਸੋ ਐਮਰਜੈਂਸੀ ਅਰਜੈਂਸੀ ਇਹੀ ਸਮਝ ਆ ਰਹੀ ਹੈ ਕਿ ਹਾਂ ਕਿ ਕੋਰਟ ਨੂੰ ਡੌਜ ਕਰਨ ਵਾਸਤੇ ਇਹ ਸਾਰਾ ਸ਼ੜਯੰਤਰ ਰਚਿਆ ਗਿਆ ਕਿ ਕੋਰਟ ਇਸ ਤੋਂ ਪਹਿਲਾਂ ਕੋਈ ਸਟੇ ਦੇਵੇ ਜਾਂ ਕੋਈ ਹੋਰ ਕੋਈ ਗੱਲ ਆਵੇ ਸਾਹਮਣੇ, ਦਵਾ ਦਵ ਜੋ ਹੁੰਦਾ ਹੈਗਾ ਆਪਦੇ ਲੈਵਲ ਤੇ ਕਰਕੇ ਥਰਡ ਪਾਰਟੀ ਰਾਈਟਸ ਕ੍ਰੀਏਟ ਕਰ ਦਈਏ ਸੋ ਦੈਟ ਕੰਪਲਿਕੇਸ਼ਨਸ ਅਰਾਈਜ਼ ਹੋਣ ਲੀਗਲ ਮੈਟਰਸ। ਤੁਹਾਡੇ ਕਹਿਣ ਦਾ ਭਾਵ ਕਿ ਜੋ ਕੁਝ ਵੀ ਹੋਇਆ ਸਾਰਾ ਇਲੀਗਲ ਤਰੀਕੇ ਦੇ ਨਾਲ ਹੀ ਉਹ ਪ੍ਰੋਸੈਸ ਇਹਨਾਂ ਨੇ ਕਰਿਆ ਹੈਗਾ, ਪ੍ਰਕਿਰਿਆ ਨੂੰ ਅੰਜਾਮ ਦਿੱਤਾ ਹੈ ਕਾਲਜ ਦੇ ਵਿੱਚ। ਮੈਮ ਇਹਦੇ ਵਿੱਚ ਜੋ ਕੁਝ ਪਟੀਸ਼ਨਾਂ ਸੀਗੀਆਂ ਇਹ 19/10/2021 ਨੂੰ ਇਹਨਾਂ ਨੇ ਨੋਟੀਫਿਕੇਸ਼ਨ ਕੱਢਿਆ ਕਿ ਅਸੀਂ 1200 ਪੋਸਟਾਂ ਭਰਨੀਆਂ ਹੈਗੀਆਂ ਔਰ ਜੀ, ਜੀ, ਕੁਝ ਕੇਸਸ ਈਵਨ ਰਿਜ਼ਲਟ ਡਿਕਲੇਅਰ ਕਰਨ ਤੋਂ ਪਹਿਲਾਂ ਹੋਏ ਕਿ ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਯੂਜੀਸੀ ਦੇ ਖਿਲਾਫ ਇਹਨਾਂ ਨੇ ਕ੍ਰਾਈਟੇਰੀਆ ਰੱਖ ਲਿਆ ਸਿਰਫ ਰਿਟਨ ਟੈਸਟ ਜੋ ਯੂਜੀਸੀ ਜਿਸ ਨੂੰ ਨਹੀਂ ਮੰਨਦੀ। ਦੂਸਰਾ ਇਹਨਾਂ ਨੇ ਪੀਪੀਐਸਸੀ ਇੱਕ ਕਨਸਟੀਟਿਊਸ਼ਨਲ ਬਾਡੀ ਹੈ ਜਿਹਨੇ ਜੀ, ਇਹ ਸਾਰੀਆਂ ਭਰਤੀਆਂ ਕਰਨੀਆਂ। ਪੀਪੀਐਸਸੀ ਦੇ ਪ੍ਰਯੂ ਚੋਂ ਇਹਨਾਂ ਨੇ ਕਿਹਾ ਅਸੀਂ ਬਾਹਰ ਕੱਢ ਲਈ। ਉਹ ਪੀਪੀਐਸਸੀ ਨੂੰ ਵੀ ਇਹਨਾਂ ਨੇ ਚਿੱਠੀ ਲਿਖਤੀ ਕਿ ਇਹ ਬਾਹਰ ਕੱਢ ਲੀਆਂ। ਇਹ ਬਾਅਦ ਦੇ ਵਿੱਚ ਡਿਊਰਿੰਗ ਪੈਂਡੈਂਸੀ ਆਫ ਦੀ ਕੋਰਟ ਕੇਸ ਆਇਆ ਕਿ ਪੀਪੀਐਸਸੀ ਨੇ ਇਹਨਾਂ ਨੂੰ ਚਿੱਠੀ ਲਿਖੀ ਹੋਈ ਸੀ ਕਿ ਅਸੀਂ ਕੋਈ ਨਹੀਂ ਪੀਪੀਐਸਸੀ ਦੇ ਪ੍ਰਯੂ ਚ ਪੋਸਟਾਂ ਬਾਹਰ ਕੱਢਣ ਦੇਣੀਆਂ। ਇਹ ਵੀ ਆਰ ਕਨਸਟੀਟਿਊਸ਼ਨਲ ਬਾਡੀ, ਅਸੀਂ ਇਸ ਰਿਕਰੂਟਮੈਂਟ ਕਰਨ ਦੇ ਜ਼ਿੰਮੇਵਾਰ ਹੈਗੇ, ਤੁਸੀਂ ਗਵਰਨਮੈਂਟ ਨੇ ਆਪ ਦੇ ਲੈਵਲ ਤੇ ਕਿਵੇਂ ਲੈਣੀ। ਔਰ ਤੀਸਰੀ ਇਹ ਕਿ ਜਦ ਤੱਕ ਗੈਸਟ ਫੈਕਲਟੀ ਔਰ ਬਾਕੀ ਜੋ 20 ਸਾਲਾਂ ਤੋਂ ਲੈਕਚਰਰ ਕੰਮ ਕਰ ਰਹੇ ਨੇ ਉਹਨਾਂ ਨੂੰ ਪਹਿਲੇ ਰੈਗੂਲਰਾਈਜੇਸ਼ਨ ਦਾ ਉਹਨਾਂ ਦਾ ਪ੍ਰੋਸੈਸ ਤਾਂ ਕੰਪਲੀਟ ਕਰ ਲਓ, ਉਸ ਤੋਂ ਬਾਅਦ ਜੋ ਭਰਤੀ ਬਚੀਆਂ ਹੈਗੀਆਂ ਪੋਸਟਾਂ ਬਚੀਆਂ ਹੈ ਉਹਨਾਂ ਨੂੰ ਡਾਇਰੈਕਟ ਭਰਤੀ ਦੇ ਵਿੱਚ ਲਓ। ਸੋ ਸਾਰਾ ਕੁਝ ਇਹਨਾਂ ਨੇ ਕੋਰਟ ਦੀਆਂ ਧੱਜੀਆਂ ਉਡਾ ਕੇ ਰੂਲਾਂ ਦੀਆਂ, ਯੂਜੀਸੀ ਦੀਆਂ, ਪੀਪੀਐਸਸੀ ਰੈਗੂਲੇਸ਼ਨਸ ਦੀਆਂ ਇਹ ਸਿਲੈਕਸ਼ਨਾਂ ਸ਼ੁਰੂ ਕੀਤੀਆਂ। ਸੋ ਡਿਊਰਿੰਗ ਸਿਲੈਕਸ਼ਨ ਜਦੋਂ ਰਿਜ਼ਲਟ ਆ ਗਿਆ ਫਿਰ ਰਿਜ਼ਲਟ ਦੇ ਵਿੱਚ ਬੇਨਿਯਮਾਂ ਦੇ ਉੱਤੇ ਬਹੁਤ ਸਾਰੀਆਂ ਰਿਟਾਂ ਫਾਈਲ ਹੋਈਆਂ ਜਿਹਦੇ ਕਰਕੇ ਫਿਰ ਹਾਈ ਕੋਰਟ ਨੂੰ ਮਜਬੂਰ ਹੋ ਕੇ ਸਟੇ ਦੇਣੀ ਪਈ। ਸੋ ਇਹ ਵੀ ਅਦਰਵਾਈਜ਼ ਰਿਕਰੂਟਮੈਂਟ ਪ੍ਰੋਸੈਸ ਦੇ ਵਿੱਚ ਯੂਜੂਅਲੀ ਕੋਰਟਸ ਇੰਨੀ ਜਲਦੀ ਸਟੇ ਦੇਣ ਵਾਸਤੇ ਨਹੀਂ ਕਰਦੀਆਂ ਕਰਦਾ ਕਿਉਂਕਿ ਇੱਕ ਸਿਸਟਮ ਦੇ ਉੱਤੇ ਵਿਸ਼ਵਾਸ ਹੁੰਦਾ ਹੈ ਕਿ ਸਿਸਟਮ ਬਿਲਕੁਲ ਠੀਕ ਚੱਲ ਰਿਹਾ ਹੈਗਾ। ਪਰ ਜਦੋਂ ਇਹ ਸਾਰੀਆਂ ਚੀਜ਼ਾਂ ਅੱਖਾਂ ਦੇ ਸਾਹਮਣੇ ਆ ਕੇ ਫਿਰ ਕੋਰਟ ਨੇ ਕਿਹਾ ਕਿ ਹੁਣ ਅਸੀਂ ਮਜਬੂਰ ਹਾਂ ਇਹ ਸਾਰਾ ਕੁਝ ਸਟੇ ਕਰਨ। ਜੀ, ਜੀ, ਜੀ। ਫਰਦਰ ਫਿਰ ਅਗਲਾ ਸਟੈਪ ਕੀ ਹੋਏਗਾ? ਕਿਉਂਕਿ ਇਹ ਤਾਂ ਹੁਣ ਆਪਾਂ ਦੇਖ ਹੀ ਲਿਆ ਕਿ ਅਖਬਾਰਾਂ ਨੇ, ਮੀਡੀਆ ਨੇ ਇਹ ਗੱਲ ਸਾਹਮਣੇ ਲੈ ਆਂਦੀ ਹੈ ਇਸ ਤਰੀਕੇ ਦੇ ਨਾਲ ਹੋ ਰਿਹਾ, ਕੋਰਟ ਦੇ ਹੁਕਮਾਂ ਦੀ ਉਲੰਘਣਾ ਹੋ ਰਹੀ ਹੈ। ਫਰਦਰ ਫਿਰ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਅੱਗੇ ਇਹਨੂੰ ਪ੍ਰੋਸੈਸ ਨੂੰ ਕਿਸ ਤਰ੍ਹਾਂ ਕਰਦੇ? ਪ੍ਰੋਸੈਸ ਦੇ ਵਿੱਚ ਤਾਂ ਇਹ ਹੈ ਕਿ ਇਹਨਾਂ ਨੇ ਆਪਦੇ ਜਨੇ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਡੀਪੀਆਈ ਦਾ ਐਫੀਡੇਵਿਟ ਦੇ ਕੇ, ਬਟ ਡੀਪੀਆਈ ਦਾ ਐਫੀਡੇਵਿਟ ਜੱਜ ਸਾਹਿਬ ਨੇ ਐਕਸੈਪਟ ਨਹੀਂ ਕੀਤਾ ਹਾਈ ਕੋਰਟ ਦੇ ਵਿੱਚ। ਉਹਨਾਂ ਨੇ ਕ੍ਰਿਸ਼ਨ ਕੁਮਾਰ ਪ੍ਰਿੰਸੀਪਲ ਸੈਕਟਰੀ ਨੂੰ ਵੀ ਕਿਹਾ ਹੈਗਾ ਕਿ ਉਹ ਵੀ ਆਪਦਾ ਜਵਾਬ ਦਾਵਾ ਦੇਣ ਕੰਟੈਂਪਟ ਦੇ ਵਿੱਚ। ਔਰ ਬਾਕੀ ਦੇ ਹੁਣ ਜਦੋਂ ਕੰਟੈਂਪਟ ਨੋਟਿਸ ਚੀਫ ਸੈਕਟਰੀ ਔਰ ਬਾਕੀ 22 ਪ੍ਰਿੰਸੀਪਲਾਂ ਨੂੰ ਵੀ ਹੋ ਗਿਆ ਸੋ ਉਹਨਾਂ ਨੂੰ ਵੀ ਜਵਾਬ ਦੇਣਾ ਪਏਗਾ। ਸੋ ਉਹ ਹੁਣ 8 ਮਾਰਚ 7 ਮਾਰਚ ਜਿਹੜੀ ਨੈਕਸਟ ਡੇਟ ਹੈ ਉਸ ਦਿਨ ਕੇਸ ਦੀ ਮੈਰਿਟਸ ਤੇ ਵੀ ਸੁਣਵਾਈ ਹੋਏਗੀ ਔਰ ਕੰਟੈਂਪਟ ਬਾਰੇ ਵੀ ਦੇਖਿਆ ਜਾਏਗਾ ਕਿ ਕੀ ਇਹਨਾਂ ਨੇ ਉਹ ਸਟੈਪਸ ਲਏ ਆ। ਸੋ ਉਹ ਕੋਰਟ ਦੇ ਹੁਣ ਜਦੋਂ ਦਾਇਰੇ ਦੇ ਵਿੱਚ ਸਾਰਾ ਕੁਝ ਆ ਹੀ ਗਿਆ ਹੈਗਾ ਬਟ ਕੋਰਟ ਆਪਣੇ ਸਿਸਟਮ ਨਾਲ ਚੱਲੇਗੀ। ਇੰਜ ਨਹੀਂ ਕਿ ਜੇ ਅੱਜ ਇਹਨਾਂ ਨੇ ਕੀਤਾ ਤੇ ਕੋਰਟ ਨਾਲ ਦੀ ਨਾਲ। ਸੋ ਡੇਟ ਦੇ ਉੱਤੇ ਇਹ ਸਾਰਾ ਮਤਲਬ दूध का दूध पानी का पानी सब ਨਿਆਂ ਹੋਏਗਾ ਸਾਰਿਆਂ ਨਾਲ। ਸੋ ਇਹ ਚੀਜ਼ ਹਾਂ ਸਤਦੇਵਾ ਸਾਹਿਬ ਇਹਦੇ ਤੇ ਜਿਹੜਾ ਡੀਪੀਆਈ ਦੀ ਜਿਹੜੀ ਐਫੀਡੇਵਿਟ ਸੀਗਾ ਉਹਦਾ ਆਬਜੈਕਸ਼ਨ ਕੀ ਸੀਗਾ? ਡੀਪੀਆਈ ਜੋ ਹੈ ਉਹ ਪ੍ਰਿੰਸੀਪਲ ਸੈਕਟਰੀ ਵੱਲੋਂ ਨਹੀਂ ਜਵਾਬ ਦੇ ਸਕਦਾ। ਇਹ ਕੰਟੈਂਪਟ ਪ੍ਰੋਸੀਡਿੰਗਸ ਪਰਸਨਲ ਪ੍ਰੋਸੀਡਿੰਗਸ ਹੁੰਦੀਆਂ ਬਾਈ ਨੇਮ ਅਗੇਂਸਟ ਦੀ ਆਫੀਸਰ। ਸੋ ਜੋ ਵੀ ਇਹਦੇ ਬਾਰੇ ਮਤਲਬ ਕੱਲ ਨੂੰ ਜੇ ਕੋਰਟ ਨੇ ਕੁਝ ਕਿਸੇ ਚੀਜ਼ ਦਾ ਸੰਗਿਆਨ ਲੈਣਾ ਹੈ ਜਾਂ ਕਿਸੇ ਨੂੰ ਸਜ਼ਾ ਸੁਣਾਉਣੀ ਹੈ ਜਾਂ ਕਿਸੇ ਨੂੰ ਬਰੀ ਕਰਨਾ ਹੈ ਇਸ ਮਾਮਲੇ ਦੇ ਵਿੱਚ ਸੋ ਉਹਦੀ ਪਰਸਨਲ ਇੱਕ ਵਾਰੀ ਵਰਸ਼ਨ ਸਾਹਮਣੇ ਹੋਵੇ
ਕਿ ਹਾਂ ਬਈ ਕਿ ਮੈਂ ਇਹਦੇ ਵਿੱਚ ਕੰਟੈਂਪਟ ਆਫ ਕੋਰਟ ਦੇ ਵਿੱਚ ਮੇਰਾ ਆ ਜਵਾਬ ਹੈ। ਸੋ ਉਸ ਜਵਾਬ ਨੂੰ ਲੈ ਕੇ ਜੱਜ ਸਾਹਿਬ ਇਹਦਾ ਫੈਸਲਾ ਕਰਨਗੇ ਕਿ ਹਾਂ ਕਿ ਅਫਸਰ ਕੰਟੈਂਪਟ ਦਾ ਭਾਗੀ ਹੈ ਜਾਂ ਨਹੀਂ ਹੈ। ਇਹ ਪ੍ਰਕਿਰਿਆ ਉਹਨਾਂ ਦੇ ਬਾਈ ਨੇਮ ਸੀਗੇ, ਜਿਹੜੇ ਡਾਇਰੈਕਟਰ ਨੇ ਹੈਗੇ ਉਹਨਾਂ ਦਾ? ਕੰਟੈਂਪਟ ਆਲਵੇਜ਼ ਬਾਈ ਨੇਮ ਹੁੰਦੀ ਹੈ ਜੀ, ਕਿਉਂਕਿ ਇਹ ਕੁਆਸਾਈ ਕ੍ਰਿਮੀਨਲ ਪ੍ਰੋਸੀਡਿੰਗਸ ਹੁੰਦੀਆਂ ਹੈਗੀਆਂ। ਸੋ ਜੇ ਇਹਦੇ ਵਿੱਚ ਕਿਸੇ ਨੇ ਕੰਟੈਂਪਟ ਆਫ ਕੋਰਟ ਦਾ ਜੋ ਜ਼ਿੰਮੇਵਾਰ ਹੁੰਦਾ ਹੈ, ਉਹਨੂੰ ਮਤਲਬ ਕੋਰਟ ਨੇ ਸਜ਼ਾ ਵੀ ਸੁਣਾਣੀ ਹੁੰਦੀ ਹੈ, ਸੋ ਬਾਈ ਨੇਮ ਹੀ ਹੁੰਦੀ ਹੈ। ਸੋ ਇਟ ਹੈਜ਼ ਟੂ ਬੀ ਬਾਈ ਨੇਮ, ਔਰ ਹੁਣ ਚੀਫ ਸੈਕਟਰੀ ਦੇ ਖਿਲਾਫ ਵੀ ਗਈ ਹੈ, ਬਾਈ ਨੇਮ ਹੀ ਗਈ ਹੈਗੀ ਹੈ। ਜੀ ਜੀ ਜੀ। ਅੱਛਾ, ਇੱਥੇ ਇੱਕ ਹੋਰ ਸਵਾਲ ਦਰਸ਼ਕਾਂ ਦਾ, ਉਹ ਕਹਿੰਦੇ ਕਿ ਵੀ ਮੰਨ ਲਓ ਜੇ ਇਹ ਦੋਸ਼ੀ ਪਾਏ ਜਾਂਦੇ ਨੇ, ਹਾਲਾਂਕਿ ਟ੍ਰਾਇਲ ਚੱਲ ਰਿਹਾ, ਜੇ ਦੋਸ਼ੀ ਪਾਏ ਜਾਂਦੇ ਨੇ ਤਾਂ ਦੋਸ਼ੀ ਨੂੰ ਫਿਰ ਸਜ਼ਾ ਦਾ ਕਿੰਨੀ ਇਹਨਾਂ ਨੂੰ ਸਜ਼ਾ ਮਿਲ ਸਟਿਲ ਹਜੇ ਕੋਰਟ ਦੇ ਵਿੱਚ ਹੈ। ਸੋ ਅਸੀਂ ਤਾਂ ਆਪ ਦਾ ਵਰਸ਼ਨ ਹਜੇ ਰੱਖ ਸਕਦੇ ਹੈਗੇ ਆ। ਬਾਕੀ ਤਾਂ ਦੇਖੋ ਕੰਟੈਂਪਟ ਪ੍ਰੋਸੀਡਿੰਗਸ ਦੇ ਵਿੱਚ ਸਾਡੀ ਇੰਨੀ ਕਿ ਡਿਊਟੀ ਹੁੰਦੀ ਹੈ ਕਿ ਅਸੀਂ ਜੱਜ ਸਾਹਿਬ ਨੂੰ ਦੱਸਣਾ ਜੀ ਇਧਰ ਕੋਰਟ ਦੀ ਇਹਨਾਂ ਨੇ ਉਲੰਘਣਾ ਕੀਤੀ ਹੈ ਆਰਡਰਾਂ ਦੀ। ਸੋ ਫਿਰ ਇਹ ਕੋਰਟ ਤੇ ਕੰਟੈਮਨਰ ਉਹਨਾਂ ਦੇ ਵਿੱਚ ਦੀ ਗੱਲ ਹੁੰਦੀ ਹੈ। ਇਹ ਜੱਜ ਸਾਹਿਬ ਨੇ ਦੇਖਣਾ ਕਿ ਉਹਨਾਂ ਨੂੰ ਕਿਸ ਤਰ੍ਹਾਂ ਇਸ ਕੇਸ ਦੇ ਵਿੱਚ ਡੀਲ ਕਰਨਾ ਹੈਗਾ। ਸੋ ਉਹ ਮੈਟਰ ਹਜੇ ਸਬ ਜੁਡਿਸ ਹੈ। ਸੋ ਇਸ ਚੀਜ਼ ਦੇ ਉੱਤੇ ਅਸੀਂ ਆਪਣੇ ਆਪ ਨੂੰ ਮਤਲਬ ਲੈਟਸ ਨਾਟ ਜੰਪ ਦ ਕਿਊ, ਮਤਲਬ ਪ੍ਰੋਪਰ ਪ੍ਰੋਸੀਡਿੰਗਸ ਦੇਖਾਂਗੇ ਉਸ ਦਿਨ ਜੋ ਵੀ ਹੈ। ਬਟ ਅਸੀਂ ਆਪ ਦਾ ਵਰਸ਼ਨ ਇੱਕ ਵਾਰੀ ਰੱਖਤਾ ਹੈ, ਹੁਣ ਹਜੇ ਇਹਨਾਂ ਦਾ ਜਵਾਬ ਆਏਗਾ, ਉਹਦੇ ਅਕੋਰਡਿੰਗ ਦੇਖਾਂਗੇ ਕਿਵੇਂ ਹੈ। ਦਰਸ਼ਕੋ, ਵਕੀਲ ਸਾਹਿਬ ਦਾ ਇਹੀ ਕਹਿਣਾ ਹੈ ਕਿ ਕੋਰਟ ਦੇ ਵਿੱਚ ਹਾਲੇ ਪ੍ਰੋਸੀਜਰ ਜਿਹੜੇ ਚੱਲ ਰਿਹਾ, ਪ੍ਰੋਸੀਡਿੰਗ ਚੱਲ ਰਹੀ ਆ, ਉਸ ਤੋਂ ਬਾਅਦ ਦੇਖਿਆ ਜਾਏਗਾ ਕੀ ਹੁੰਦਾ। ਇਹਨਾਂ ਨੇ ਕੋਰਟ ਦੇ ਹੁਕਮ ਦੀ ਜਿਹੜੀ ਉਲੰਘਣਾ ਜਿਸ ਨੇ ਵੀ ਕੀਤੀ ਆ, ਉਹਦੇ ਤੇ ਐਕਸ਼ਨ ਕੋਰਟ ਜ਼ਰੂਰ ਲਏਗਾ। ਔਰ ਦੂਸਰੀ ਗੱਲ ਹੈ ਦਰਸ਼ਕੋ, ਸਾਹਮਣੇ ਆ ਰਹੀ ਸਾਰੀ ਗੱਲਬਾਤ ਤੋਂ ਕਿ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਏ ਤਾਂ ਫਿਰ ਉਸ ਖੇਤ ਦਾ ਰਾਖਾ ਤਾਂ ਫਿਰ ਰੱਬ ਹੀ ਹੁੰਦਾ। ਸੋ ਕਹਿਣ ਦਾ ਭਾਵ ਹੈ ਕਿ ਬਹੁਤ ਕੁਝ ਗਲਤ ਹੋ ਰਿਹਾ ਸਿਸਟੇਮੈਟਿਕਲੀ। ਜਦੋਂ ਉੱਚ ਅਧਿਕਾਰੀ ਹੀ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਜਾਣ, ਅਣਦੇਖੀ ਕਰਨ, ਹਾਈ ਕੋਰਟ ਨੂੰ ਅਣਦੇਖੀ ਕਰਨ, ਤਾਂ ਫਿਰ ਹੋਰ ਤੋਂ ਅਸੀਂ ਕੀ ਉਮੀਦ ਰੱਖ ਸਕਦੇ ਹਾਂ। ਸੋ ਜਿਹੜੇ ਕਹਿੰਦੇ ਨੇ ਕਾਨੂੰਨ ਦੀ ਰੱਖਿਆ ਕਰਨ ਵਾਲੇ, ਕਾਨੂੰਨ ਦੇ ਰਖਵਾਲੇ ਹੀ, ਔਰ ਖੁਦ ਤਾਂ ਰਖਵਾਲੇ ਹੈ, ਦੂਜਿਆਂ ਤੋਂ ਕਾਨੂੰਨ ਦੀ ਜਿਹੜੀ ਮਾਨਤਾ ਨੂੰ ਉਚਤਮਾ ਦਿਵਾਉਣ ਵਾਲੇ, ਜੇ ਖੁਦ ਕਾਨੂੰਨ ਦੀ ਉਲੰਘਣਾ ਕਰਦੇ ਹੋਣ ਤਾਂ ਫਿਰ ਉੱਥੇ ਉਮੀਦਾਂ ਘਟ ਜਾਂਦੀਆਂ ਨੇ। ਸੋ ਇਹ ਸਾਰਾ ਕੁਝ ਹੋ ਵਾਪਰ ਰਿਹਾ ਹੈ। ਔਰ ਬੜੀ ਇੱਕ ਹੈਰਾਨੀਜਨਕ ਗੱਲ ਵੀ ਹੈ ਕਿ ਕੋਰਟ ਨੇ ਤਿੰਨ ਨੋਟਿਸ ਵਕੀਲ ਸਾਹਿਬ ਭੇਜੇ ਨੇ ਇਹਨਾਂ ਨੂੰ ਜੀ। 2 ਵਾਰੀ, ਇੱਕ 23/12 ਨੂੰ ਨੋਟਿਸ ਜਾਰੀ ਕੀਤਾ ਕੰਟੈਂਪਟ ਦਾ, ਇੱਕ 10 ਜਨਵਰੀ ਨੂੰ ਕੀਤਾ ਜੀ। ਜੀ, 2 ਜਿਹੜੇ ਉਹਨਾਂ ਨੇ ਨੋਟਿਸ ਉਹਨਾਂ ਨੂੰ ਜਾਰੀ ਕਰ ਦਿੱਤੇ ਨੇ, ਦੇ ਬਾਵਜੂਦ ਵੀ ਦੇਖੋ ਕਿ ਕਿਸ ਤਰ੍ਹਾਂ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਸੋ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਸਿਸਟਮ ਨੂੰ ਕਿਵੇਂ ਸੁਧਾਰਿਆ ਜਾਏਗਾ, ਔਰ ਕਿਵੇਂ ਇਹ ਜਿਹੜਾ ਕੋਰਟ ਹੈਗਾ, ਕੋਰਟ ਦੇ ਵਿੱਚ ਜਿਹੜੀ ਪੈਂਡਿੰਗ ਪਈ ਹੈ, ਮਤਲਬ ਜੋ ਵੀ ਪ੍ਰੋਸੀਜਰ ਪੈਂਡਿੰਗ ਚੱਲ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਜੋ ਵੀ ਰਿਜ਼ਲਟ ਆਉਣਗੇ, ਆਪਾਂ ਸਮੇਂ-ਸਮੇਂ ਫਿਰ ਵਕੀਲ ਸਾਹਿਬ ਤੋਂ ਉਹਨਾਂ ਦੇ ਬਾਰੇ ਵਰਸ਼ਨ ਲੈਂਦੇ ਰਵਾਂਗੇ। ਸੋ ਵਕੀਲ ਸਾਹਿਬ ਜਿਹੜੇ ਗੈਸਟ ਫੈਕਲਟੀ, ਜਿਹੜੇ ਪ੍ਰੋਫੈਸਰ ਸੀਗੇ, ਉਹਨਾਂ ਵੱਲੋਂ ਕੋਰਟ ਦੇ ਵਿੱਚ ਜਿਹੜਾ ਕੇਸ ਹੈਂਡਲ ਕਰ ਰਿਹਾ। ਸੋ ਵਕੀਲ ਸਾਹਿਬ, ਅਸੀਂ ਫਿਰ ਤੁਹਾਡੇ ਤੋਂ ਸਮੇਂ-ਸਮੇਂ ਇਹਦੇ ਬਾਰੇ ਕੁਐਸਚਨ ਲੈਂਦੇ ਰਹਾਂਗੇ। ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਦਰਸ਼ਕਾਂ ਦੇ ਨਾਲ ਸਾਂਝ ਪਾਉਣ ਲਈ। ਥੈਂਕ ਯੂ ਸੋ ਮਚ।